1997 ਤੱਕ ਪੰਜਾਬ ਦੇ ਜੁਮੇ ਜ਼ੀਰੋ ਕਰਜ਼ਾ ਹੁੰਦਾ ਸੀ। ਅੱਜ ਪੰਜਾਬ ਦੇ ਜੁਮੇ ਪੌਣੇ 3 ਲੱਖ ਕਰੋੜ ਦਾ ਕਰਜ਼ਾ ਹੈ। ਕਦੇ ਸੋਚ ਕੇ ਦੇਖਿਓ, ਇਸ ਸਮੇਂ ਦੇ ਦਰਮਿਆਨ ਕਦੇ ਕਿਸੇ ਵੀ ਪੋਲੀਟੀਕਲ ਲੀਡਰ ਕਿਸੇ ਵੀ ਪਾਰਟੀ ਦਾ ਹੋਵੇ, ਕੋਈ ਐਮਐਲਏ ਹੋਵੇ, ਕੋਈ ਐਮਪੀ ਹੋਵੇ, ਉਹ ਬੈਂਕਰਪਟ ਹੋਇਆ। ਅੱਜ ਭਾਵੇਂ ਅਕਾਲੀ ਦਲ ਵੀ ਇਸ ਦੇ ਉੱਤੇ ਬੜੇ ਮਗਰਮੱਛ ਦੇ ਹੰਝੂ ਬਹਾਉਂਦਾ ਹੈਗਾ। ਭੋਗ ਤਾਂ ਅਕਾਲੀ ਦਲ ਨਹੀਂ ਪਾ ਦੇਣਾ ਸੀ, ਪਰ ਉਹਨਾਂ ਦਿਨਾਂ 'ਚ ਕਿਉਂਕਿ ਚੋਣ ਵਰ੍ਹਾ ਨੇੜੇ ਸੀ, ਪ੍ਰੈਸ਼ਰ ਲੋਕਾਂ ਦਾ ਪੈ ਗਿਆ, ਉਹ ਨਹੀਂ ਕਰ ਸਕੇ। ਔਰ ਸਾਰਿਆਂ ਤੋਂ ਮਾੜੀ ਗੱਲ ਕਿ ਜੇਕਰ ਤੁਸੀਂ ਇਹਦਾ ਭੋਗ ਹੀ ਪਾਉਣਾ ਸੀ ਤਾਂ ਟੈਕਸ ਪੇਅਰ ਦਾ 715 ਕਰੋੜ ਰੁਪਈਆ ਕਿਉਂ ਖਰਚਿਆ? ਔਰ ਇਹਦੀ ਜਿਹੜੀ ਮਿਆਦ ਸੀ ਉਹ 2030 ਤੱਕ ਸੀ। ਸਾਰੀ ਮਸ਼ੀਨਰੀ ਇਹਦੇ ਵਿੱਚ ਬਦਲੀ ਜਾ ਚੁੱਕੀ ਸੀ, ਟਰਬਾਈਨ ਇਹਦੇ ਵਿੱਚ ਬਦਲੇ ਜਾ ਚੁੱਕੇ ਸੀ, ਇਹਨੂੰ ਮਾਡਰਨਾਈਜੇਸ਼ਨ ਹੋ ਚੁੱਕੀ ਸੀ। ਚਾਹੇ ਤੁਸੀਂ ਬਾਦਲ ਕੇ ਜਦੋਂ ਤੁਸੀਂ ਕਹਿੰਦੇ ਹੋ ਉਹਦੇ 'ਚ ਮਨਪ੍ਰੀਤ ਵੀ ਆ ਜਾਂਦਾ ਹੈ ਤੇ ਉਹ ਸੁਖਬੀਰ ਵੀ ਆ ਜਾਂਦਾ। ਜਦੋਂ ਇਹਨਾਂ ਨੇ ਸਮਝੌਤੇ ਕੀਤੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਨਾਲ, ਚਾਹੇ ਗੋਇੰਦਵਾਲ ਦਾ ਹੋਵੇ, ਚਾਹੇ ਰਾਜਪੁਰੇ ਵਾਲੇ ਦਾ ਹੋਵੇ, ਚਾਹੇ ਤਲਵੰਡੀ ਸਾਬੋ ਦਾ ਹੋਵੇ, ਫਿਰ ਉਹਨਾਂ ਨੂੰ ਕਾਮਯਾਬ ਕਰਨ ਵਾਸਤੇ ਸਰਕਾਰੀ ਥਰਮਲ ਪਲਾਂਟ ਤਾਂ ਬੰਦ ਕਰਨੇ ਪੈਣੇ ਆ ਨਾ, ਕਿਉਂਕਿ ਕਮਿਸ਼ਨ ਤੇ ਉੱਥੋਂ ਹੀ ਆਉਣੀ ਹੈ। ਜਿਹੜਾ ਸਾਡਾ ਇੱਥੋਂ ਦਾ ਐਮਐਲਏ ਆ ਨਾ ਔਰ ਪੰਜਾਬ ਦਾ ਵਿੱਤ ਮੰਤਰੀ ਆ, ਬਹੁਤ ਮਿੱਠਾ ਬੋਲਦਾ, ਬਹੁਤ ਵਧੀਆ ਉਰਦੂ 'ਚ ਭਾਸ਼ਣ ਦਿੰਦਾ, ਕੀਲ ਕੇ ਰੱਖ ਲੈਂਦਾ, ਔਰ ਅਸੀਂ ਤਾਂ ਉਹਦੇ ਚੱਕਰਾਂ 'ਚ ਹੀ ਫਸ ਗਏ। ਮਨਪ੍ਰੀਤ ਬਾਦਲ ਨੇ ਗੱਲ ਕਹਿ ਕੇ ਤਾਂ ਹੁਣ ਉਹਨਾਂ ਦੀ ਸਰਕਾਰ ਤਾਂ ਬਣ ਗਈ ਹੈ, ਹੁਣ ਕੀ ਵਾਅਦਾ ਕਰਨਗੇ? ਬਠਿੰਡੇ 'ਚ ਕੁਛ ਬਚਿਆ ਜਿਸ ਉੱਪਰ ਵਾਅਦਾ ਕਰ ਲੈਣਗੇ? ਡਰੱਗ ਪਾਰਕ ਬਣਾਵਾਂਗੇ, ਉਹਦੀਆਂ ਬਠਿੰਡੇ ਨੂੰ ਰੁਜ਼ਗਾਰ ਬਹੁਤ ਮਿਲੂਗਾ, ਨੌਕਰੀਆਂ ਬਹੁਤ ਮਿਲਣਗੀਆਂ, ਕੰਮ ਬਹੁਤ ਚੱਲੂਗਾ। ਭਲੇ ਮਾਨਸੋ ਸਿੱਧਾ ਦੱਸੋ ਨਾ ਯਾਰ, ਇਹਦੀਆਂ ਕਲੋਨੀਆਂ ਕੱਟਣੀਆਂ ਨੇ, ਡਰੱਗ ਜਿਹੜਾ ਹੈਗਾ ਮਾਫੀਆ ਨਾਲ ਗੱਲਾਂ ਕਰੀ ਬੈਠੇ ਆ, ਮਾਫੀਆ ਨੂੰ ਅਸੀਂ ਜਾਣੀ ਕਿ ਸੰਰਕਸ਼ਣ ਦਿੰਦੇ ਹੈਗੇ ਆ, ਕਲੋਨੀਆਂ ਕੱਟ ਕੇ ਵੇਚਾਂਗੇ, ਹੋਰ ਇੱਥੇ ਕੀ ਕਰਨਾ? ਹਰ ਸਾਲ ਬਿਜਲੀ ਖਰੀਦੋ, ਬਿਜਲੀ ਨਾ ਖਰੀਦੋ, ਥਰਮਲ ਪਲਾਂਟਾਂ ਨੂੰ ਫਿਕਸ ਚਾਰਜ ਦੇ ਰੂਪ 'ਚ ਦੇਣਾ ਪੈਂਦਾ ਆ, 25 ਸਾਲ ਦੇਣਾ ਆ, ਤੇ ਇਹ ਤਕਰੀਬਨ 78,000 ਕਰੋੜ ਰੁਪਈਆ ਪੰਜਾਬ ਦੇ ਲੋਕਾਂ ਦੇ ਉੱਤੇ ਚੂਨਾ ਲੱਗਿਆ ਹੋਇਆ। ਫਿਰ ਲੋਕ ਕਿੱਦਾਂ ਜਾਣਗੇ? ਲੋਕਾਂ ਦੇ ਬਿਜਲੀ ਦੇ ਰੇਟ ਘੱਟ ਹੋਣਗੇ ਕਿ ਲੋਕੀ ਐਵੇਂ ਹੀ ਬਿੱਲਾਂ ਦੇ ਲਾਈਨ ਵਿੱਚ ਲੱਗੇ ਦੇਣਗੇ, ਬਿਜਲੀ ਘਰ ਦੇ ਬਿੱਲ ਤਾਰਦੇ ਰਹਿਣਗੇ? 4.5 ਸਾਲ ਤੇ 11 ਮਹੀਨੇ 4 ਸਾਲ ਤੇ 11 ਮਹੀਨੇ ਅਸੀਂ ਇਹਨਾਂ ਨੂੰ ਗਾਲਾਂ ਕੱਢਦੇ ਹਾਂ, ਬੁਰਾ ਭਲਾ ਕਹਿੰਦੇ ਹਾਂ, ਤੇ ਜਦੋਂ ਵੋਟਾਂ ਦਾ ਵਕਤ ਆਉਂਦਾ ਵੋਟ ਫੇਰ ਇਹਨਾਂ ਨੂੰ ਪਾ ਦਿੰਦੇ ਹਾਂ। ਉਦੋਂ ਕਹਿ ਦਿੰਦੇ ਵੀ ਸਾਡਾ ਤਾਂ ਚਾਚਾ ਵੀ ਕਾਂਗਰਸ ਸੀ, ਸਾਡਾ ਤਾਇਆ ਵੀ ਅਕਾਲੀ ਦਲ ਸੀ, ਸਾਡਾ ਪੜਦਾਦਾ ਅਕਾਲੀ ਦਲ ਸੀ, ਸਾਡਾ ਦਾਦਾ ਅਕਾਲੀ ਦਲ ਸੀ, ਉਹ ਫਲਾਣਾ ਕਾਂਗਰਸ ਸੀ। ਉਦੋਂ ਅਸੀਂ ਭੁੱਲ ਜਾਂਦੇ ਹਾਂ। ਫਿਰ ਗਾਲਾਂ ਨਾ ਕੱਢੋ ਯਾਰ, ਫਿਰ ਔਖੇ ਨਾ ਹੋਵੋ। ਕਹਿੰਦੇ ਜੀ ਮਨਪ੍ਰੀਤ ਬਾਦਲ ਸਾਹਿਬ ਕਹਿੰਦੇ ਆ ਕਿ ਇੱਥੇ ਡਰੱਗ ਪਾਰਕ ਬਣੂਗਾ, ਜਿਨ੍ਹਾਂ ਨੇ ਇੱਥੇ ਫੈਕਟਰੀ ਲਾਉਣੀ ਹੈ ਨਾ, ਤੇ ਉਹਨਾਂ ਨੂੰ ਨਾ ਅਸੀਂ 1 ਰੁਪਈਆ ਏਕੜ ਦੇ ਹਿਸਾਬ ਨਾਲ ਲੀਜ਼ ਤੇ ਜ਼ਮੀਨ ਦੇਵਾਂਗੇ। ਉਹ ਭਾਈ ਇੱਥੇ ਕਾਰ ਸੇਵਾ ਕਰਨ ਆਉਣਾ, ਉਹਨਾਂ ਨੇ ਇੱਥੇ ਵਪਾਰ ਕਰਨ ਆਉਣਾ। ਇਹ 2000 ਕਿੱਲੇ ਜ਼ਮੀਨ ਆ, ਯਾਨੀ ਕਿ ਤੁਸੀਂ 2000 ਰੁਪਏ 'ਚ ਦੇ ਦੋਗੇ। ਵਾਅਦਾ ਜ਼ਰੂਰ ਯਾਦ ਰੱਖਿਆ ਜੀ ਇਸ ਥਰਮਲ ਦਾ, ਉਹ ਸਵਾਲ ਵੀ ਜ਼ਰੂਰ ਕਰਿਆ ਜੀ, ਨਹੀਂ ਤਾਂ ਆਉਣ ਵਾਲਾ ਤੁਹਾਡੇ ਭਵਿੱਖ ਦਾ ਸਵਾਲ ਹੈ। ਜੇ ਸਵਾਲ ਨਹੀਂ ਕਰੋਗੇ ਤਾਂ ਇੱਕ ਵਾਅਦੇ ਲਈ ਹੋ ਤਿਆਰ ਰਿਹਾ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ 'ਤੇ ਤੁਹਾਡਾ ਸਭ ਦਾ ਸਵਾਗਤ ਹੈ। ਤੁਸੀਂ ਜੋ ਸਕਰੀਨ ਉੱਤੇ ਸੜਕ ਦੇਖ ਰਹੇ ਹੋ ਗਿੱਦੜਬਾਹਾ ਤੋਂ ਬਠਿੰਡੇ ਦੀ ਹੈ। ਕਦੇ ਮਨਪ੍ਰੀਤ ਬਾਦਲ ਇਸ ਸੜਕਾਂ ਤੋਂ ਲੰਘਦੇ ਸੀ ਤਾਂ ਕਹਿੰਦੇ ਹੁੰਦੇ ਸੀ ਕਿ ਥਰਮਲ ਦੀ ਚਿਮਨੀਆਂ ਵਿੱਚੋਂ ਧੂੰਆਂ ਨਹੀਂ ਨਿਕਲਦਾ। ਤਾਂ 2017 ਦੀ ਗੱਲ ਹੈ, ਉਸ ਸਮੇਂ ਬਿਆਨਬਾਜ਼ੀ ਵੀ ਹੋਈ ਸੀ ਬਠਿੰਡੇ ਦੇ ਵਿੱਚ, ਚੋਣਾਂ ਸੀ ਪੰਜਾਬ ਦੇ ਵਿੱਚ, ਤਾਂ ਚਿਮਨੀਆਂ ਵਿੱਚੋਂ ਧੂੰਆਂ ਤਾਂ ਨਹੀਂ ਨਿਕਲਿਆ, ਪਰ ਸਰਕਾਰ ਨੇ ਥਰਮਲ ਦਾ ਧੂੰਆਂ ਜ਼ਰੂਰ ਕੱਢ ਦਿੱਤਾ। ਸਾਡੇ ਨਾਲ ਕੁਝ ਵਿਅਕਤੀ ਮੌਜੂਦ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਹੁਣ ਇਹ ਥਰਮਲ ਜਿਹੜੇ ਨੇ ਤੁਹਾਨੂੰ ਦਿਖਾਈ ਨਹੀਂ ਦੇਣਗੇ, ਪਿਛਲੇ 2 ਸਾਲ ਤੋਂ ਬੰਦ ਪਏ ਨੇ। ਕਲੋਨੀ ਕੱਟੀ ਜਾਏਗੀ, ਇੱਥੇ ਕਲੋਨੀ ਕੱਟੀ ਜਾਏਗੀ, ਜ਼ਮੀਨ ਜਿਹੜੀ ਕੁਰਕ ਕੀਤੀ ਜਾਏਗੀ। ਤਾਂ ਦੂਸਰੇ ਪਾਸੇ ਸਵਾਲ ਸੀ ਕਿ ਜਿਹੜੇ ਵਿੱਚ ਵਿਅਕਤੀ ਕੰਮ ਕਰਦੇ ਸੀ, ਮਜ਼ਦੂਰ, ਉਹ ਵੀ ਬੇਰੁਜ਼ਗਾਰ ਹੋ ਗਏ, ਉਹਨਾਂ ਨੂੰ ਵੀ ਨੌਕਰੀਆਂ ਕਿਤੇ ਨਹੀਂ ਦਿੱਤੀਆਂ। ਗੱਲ ਡਿਟੇਲ ਨਾਲ ਕਰਾਂਗੇ ਔਰ ਸ਼ੁਰੂਆਤ ਕਰਾਂਗੇ ਇਸ ਥਰਮਲ ਤੋਂ। ਕਦੋਂ ਥਰਮਲ ਬਣਿਆ, ਕਿਉਂ ਬਣਿਆ, ਕਿਸ ਵਾਸਤੇ ਬਣਿਆ? ਨੀਲ ਜੀ ਸਾਡੇ ਨਾਲ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਨੀਲ ਜੀ, ਪਹਿਲਾਂ ਮੇਰਾ ਸਵਾਲ ਇਹ ਹੈ ਕਿ ਥਰਮਲ ਦੀ ਜਦੋਂ ਵੀ ਚਰਚਾ ਹੁੰਦੀ ਹੈ ਜਾਂ ਬਠਿੰਡੇ ਦੀ ਚਰਚਾ ਹੁੰਦੀ ਹੈ ਤਾਂ ਥਰਮਲ ਨਾਲ ਜ਼ਰੂਰ ਆ ਜਾਂਦਾ। ਹੁਣ ਝੀਲਾਂ ਵੀ ਹੈਗੀਆਂ ਨੇ ਇੱਥੇ। ਇਹ ਥਰਮਲ ਦਾ ਹੁਣ ਬੰਦ ਕਰਨ ਦੀ ਵੀ ਗੱਲ ਕਰ ਦਿੱਤੀ ਗਈ ਹੈ, ਪਿਛਲੇ 2 ਸਾਲ ਤੋਂ ਬੰਦ ਵੀ ਪਿਆ। ਇਹ ਥਰਮਲ ਬਣੇ ਸੀ ਜਦੋਂ ਕਿਸ ਪਰਪਸ ਲਈ ਬਣੇ ਸੀ? ਪੰਜਾਬ ਨੂੰ ਕਿਹੜੀਆਂ ਸਹੂਲਤਾਂ ਮਿਲਣੀਆਂ ਸੀ ਥਰਮਲ ਤੋਂ? ਥਰਮਲ ਬੇਸਿਕਲੀ ਨਾ ਜਿਹੜਾ ਬਠਿੰਡੇ ਦਾ ਥਰਮਲ ਹੈ, ਇਹਦਾ ਬੜੇ ਜਜ਼ਬਾਤੀ ਤੌਰ ਤੇ ਬਠਿੰਡੇ ਦੇ ਨਾਲ ਜੁੜਿਆ ਹੋਇਆ ਹੈਗਾ। ਬਠਿੰਡੇ ਦੀ ਇਹ ਪਹਿਚਾਣ ਸੀ ਕਿਉਂਕਿ ਇਸ ਦਾ ਜਿਹੜਾ ਮਹੱਤਵ ਹੈਗਾ ਸਿਰਫ ਆਰਥਿਕ ਨਹੀਂ, ਸਮਾਜਿਕ ਅਤੇ ਧਾਰਮਿਕ ਵੀ ਆ। ਉਹ ਜਿਹਦੇ ਕਿ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਇਆ। ਜਦੋਂ 500 ਸਾਲ ਜਿਹੜਾ ਹੈਗਾ ਮਨਾ ਰਹੇ ਸੀ ਅਸੀਂ ਜਨਮ ਦਿਨ ਬਾਬਾ ਨਾਨਕ ਦਾ, ਉਸ ਵਕਤ ਜਿਹੜਾ ਇੱਥੋਂ ਦੇ ਜਿਹੜੇ MLA ਹੁੰਦੇ ਸੀ, ਆਜ਼ਾਦ MLA ਫਕੀਰ ਚੰਦ ਗੁਪਤਾ,
ਉਹਨਾਂ ਦੀ ਯਾਨੀ ਕਿ ਕੋਸ਼ਿਸ਼ਾਂ ਸਦਕਾ ਪੰਜਾਬ ਦੇ ਵਿੱਚ ਉਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀ, ਇਹਦਾ ਨੀਂਹ ਪੱਥਰ ਰੱਖਿਆ ਗਿਆ ਸੀ। ਔਰ ਬਦਕਿਸਮਤੀ ਇਹੀ ਹੈ, ਐਗਜ਼ੈਕਟਲੀ 50 ਸਾਲਾਂ ਪਿੱਛੋਂ ਉਸੇ ਕਾਂਗਰਸ ਸਰਕਾਰ ਨੇ ਜਿੰਨੇ ਦਾ ਨੀਂਹ ਪੱਥਰ ਰੱਖਿਆ ਸੀ ਇਹਦਾ ਭੋਗ ਪਾਤਾ। ਕਾਰਨ ਕੀ ਹੈ, ਭੋਗ ਪਾਇਆ ਕਿਉਂ ਹੈ? ਕਿਉਂਕਿ ਸਿਆਸੀ ਵਾਅਦੇ ਵੀ ਹੋਏ ਸੀ, ਤੁਹਾਨੂੰ ਯਾਦ ਹੋਣਾ 2017 ਦੇ ਵਿੱਚ ਮਨਪ੍ਰੀਤ ਬਾਦਲ ਨੇ ਖੁਦ ਕਿਹਾ ਸੀ ਕਿ ਇਹਨਾਂ ਦੇ ਚਿਮਨੀਆਂ ਵਿੱਚ ਧੂੰਆਂ ਨਿਕਲਣਾ ਦੇਖਣਾ ਚਾਹੁੰਦਾ, ਪਰ ਥਰਮਲ ਦਾ ਧੂੰਆਂ ਉਹਨਾਂ ਨੇ ਕੱਢ ਦਿੱਤਾ। ਕਿਹੜੇ ਵਾਅਦੇ ਸੀ, ਹੁਣੇ ਬੰਦ ਕਰ ਦਿੱਤਾ ਗਿਆ, ਅੱਜ ਸਰਕਾਰ ਕਿੱਥੇ ਖੜੀ ਹੈ? ਭਾਜੀ ਜੇਕਰ ਅੱਲੇ ਜ਼ਖਮਾਂ ਨੂੰ ਨਾ ਛੇੜੋ ਤਾਂ ਬਹੁਤ ਬਿਹਤਰ ਆ। ਬਹੁਤ ਜ਼ਖਮ ਝੱਲੇ ਆ ਬਠਿੰਡੇ ਨੇ, ਕਿਉਂਕਿ ਇਹ ਜਿਹੜਾ ਸੀ ਇੱਥੇ ਸਿਰਫ ਇਹ ਨਹੀਂ ਸੀ ਕਿ 2-3 ਹਜ਼ਾਰ ਜਿਹੜਾ ਮੁਲਾਜ਼ਮ ਹੀ ਕੰਮ ਕਰਦਾ ਸੀ। ਇਨਡਾਇਰੈਕਟ ਤੌਰ ਤੇ ਬਠਿੰਡੇ ਦੀ ਇਕਨੋਮੀ ਦੇ ਵਿੱਚ ਬਹੁਤ ਵੱਡਾ ਰੋਲ ਸੀ ਇਸ ਥਰਮਲ ਪਲਾਂਟ ਦਾ, ਕਿਉਂਕਿ ਜਦੋਂ 3000 ਮੁਲਾਜ਼ਮ ਕੰਮ ਕਰਦੇ ਆ, ਠੀਕ ਹੈ ਨਾ, ਬਹੁਤ ਸਾਰਾ ਜਿਹੜਾ ਬਿਜ਼ਨਸ ਹੈ, ਕੋਈ ਰੇੜੇ ਵਾਲਾ, ਕੋਈ ਆਟੋ ਵਾਲਾ, ਕੋਈ ਦੁਕਾਨਾਂ ਵਾਲਾ, ਕੋਈ ਫਲ ਫਰੂਟ ਵਾਲਾ, ਉਹ ਵੀ ਇਹਨਾਂ ਤੇ ਡਿਪੈਂਡੈਂਟ ਸੀ। ਸਭ ਦਾ ਕੰਮ ਠੱਪ ਹੋ ਕੇ ਰਹਿ ਗਿਆ। ਔਰ ਕਾਰਨ ਕੀ ਹੈ ਜਿਹੜਾ ਹੈਗਾ, ਤੁਸੀਂ ਦੇਖੋ ਕਿ ਜਦੋਂ ਤੋਂ ਖਾਸ ਕਰਕੇ ਪਿਛਲੇ 25-30 ਸਾਲਾਂ ਦੀ ਜਦੋਂ ਦੀ ਗੱਲ ਕਰੀਏ, ਜਦੋਂ ਦਾ ਪੰਜਾਬ ਦੇ ਵਿੱਚ ਕਾਰਪੋਰੇਟ ਕਲਚਰ ਚੱਲ ਰਿਹਾ, ਜਦੋਂ ਦੀ ਜਿਹੜੀ ਰਾਜਨੀਤੀ ਵਪਾਰ ਬਣ ਗਈ ਹੈ, ਠੀਕ ਹੈ ਨਾ, ਉਦੋਂ ਦਾ ਪੰਜਾਬ ਦਾ ਵਿੱਚ ਘਟਨਾਕ੍ਰਮ ਚੱਲਿਆ ਹੈਗਾ। 1997 ਤੱਕ ਪੰਜਾਬ ਦੇ ਜੁੰਮੇ 0 ਕਰਜ਼ਾ ਹੁੰਦਾ ਸੀ, ਅੱਜ ਪੰਜਾਬ ਦੇ ਜੁੰਮੇ ਪੌਣੇ 3 ਲੱਖ ਕਰੋੜ ਦਾ ਕਰਜ਼ਾ ਹੈ। ਕਦੇ ਸੋਚ ਕੇ ਦੇਖਿਓ, ਇਸ ਸਮੇਂ ਦੇ ਦਰਮਿਆਨ ਕਦੇ ਕਿਸੇ ਵੀ ਪੋਲੀਟੀਕਲ ਲੀਡਰ ਕਿਸੇ ਵੀ ਪਾਰਟੀ ਦਾ ਹੋਵੇ, ਕੋਈ ਐਮਐਲਏ ਹੋਵੇ, ਕੋਈ ਐਮਪੀ ਹੋਵੇ, ਉਹ ਬੈਂਕਰਪਟ ਹੋਇਆ ਨਹੀਂ ਹੋਇਆ। ਲੇਕਿਨ ਪੰਜਾਬ ਦਿਨੋਂ ਦਿਨ ਬੈਂਕਰਪਟ ਹੁੰਦਾ ਜਾ ਰਿਹਾ। ਉਹਦੇ ਪਿੱਛੇ ਕਾਰਨ ਕੀ ਹੈਗਾ? ਮਾਫੀਆ, ਠੀਕ ਹੈ ਨਾ। ਹੁਣ ਇਸ ਥਰਮਲ ਪਲਾਂਟ ਦੇ ਵਿੱਚ ਇੱਕ ਤਾਂ ਬਿਜਲੀ ਮਾਫੀਆ ਕੰਮ ਕਰਦਾ, ਕਿਉਂਕਿ ਇਹਦਾ ਭੋਗ ਤੇ ਅਕਾਲੀ ਦਲ ਨਹੀਂ ਪਾ ਦੇਣਾ ਸੀ। ਅੱਜ ਭਾਵੇਂ ਅਕਾਲੀ ਦਲ ਵੀ ਇਸ ਦੇ ਉੱਤੇ ਬੜੇ ਮਗਰਮੱਛ ਦੇ ਹੰਝੂ ਬਹਾਉਂਦਾ ਹੈਗਾ, ਭੋਗ ਇਹਦਾ ਅਕਾਲੀ ਦਲ ਨਹੀਂ ਪਾ ਦੇਣਾ ਸੀ। ਪਰ ਉਹਨਾਂ ਦਿਨਾਂ 'ਚ ਕਿਉਂਕਿ ਚੋਣ ਵਰਾ ਨੇੜੇ ਸੀ, ਪ੍ਰੈਸ਼ਰ ਲੋਕਾਂ ਦਾ ਪੈ ਗਿਆ, ਉਹ ਨਹੀਂ ਕਰ ਸਕੇ। ਔਰ ਸਾਰਿਆਂ ਤੋਂ ਮਾੜੀ ਗੱਲ ਕਿ ਜੇਕਰ ਤੁਸੀਂ ਇਹਦਾ ਭੋਗ ਹੀ ਪਾਉਣਾ ਸੀ ਤਾਂ ਟੈਕਸ ਪੇਅਰ ਦਾ 715 ਕਰੋੜ ਰੁਪਈਆ ਕਿਉਂ ਖਰਚਿਆ? ਉਹਦਾ ਜਵਾਬ ਨਾ ਤੇ ਸੁਖਬੀਰ ਬਾਦਲ ਕੋਲੇ ਹੈ ਤੇ ਉਹਦਾ ਜਵਾਬ ਨਾ ਹੀ ਮਨਪ੍ਰੀਤ ਬਾਦਲ ਕੋਲੇ ਹੈ। ਔਰ ਇਹਦੀ ਜਿਹੜੀ ਮਿਆਦ ਸੀ ਉਹ 2030 ਤੱਕ ਸੀ। ਸਾਰੀ ਮਸ਼ੀਨਰੀ ਇਹਦੇ 'ਚ ਬਦਲੀ ਜਾ ਚੁੱਕੀ ਸੀ, ਟਰਬਾਈਨ ਇਹਦੇ 'ਚ ਬਦਲੇ ਜਾ ਚੁੱਕੇ ਸੀ, ਇਹਨੂੰ ਮਾਡਰਨਾਈਜੇਸ਼ਨ ਹੋ ਚੁੱਕੀ ਸੀ। ਜਿਹੜੀ ਪਹਿਲਾਂ ਇੱਥੇ ਕਹਿੰਦੇ ਰਾਖ ਉੱਡਦੀ ਹੁੰਦੀ ਸੀ ਉਹ ਵੀ ਬੰਦ ਹੋ ਗਈ ਸੀ, ਕਿਉਂਕਿ ਕ੍ਰਿਟੀਕਲ ਜਿਹੜੀ ਟੈਕਨੋਲੋਜੀ ਹੈ ਉਹ ਇੱਥੇ ਅਡਾਪਟ ਕਰ ਚੁੱਕੇ ਸੀ। ਪਰ ਕਿਉਂਕਿ ਬਾਦਲ ਕਿਆ ਨੇ, ਚਾਹੇ ਤੁਸੀਂ ਬਾਦਲ ਕੇ ਜਦੋਂ ਤੁਸੀਂ ਕਹਿੰਦੇ ਹੋ ਉਹਦੇ 'ਚ ਮਨਪ੍ਰੀਤ ਵੀ ਆ ਜਾਂਦਾ ਹੈ ਤੇ ਉਹ ਸੁਖਬੀਰ ਵੀ ਆ ਜਾਂਦਾ। ਜਦੋਂ ਇਹਨਾਂ ਨੇ ਸਮਝੌਤੇ ਕੀਤੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਨਾਲ, ਚਾਹੇ ਗੋਇੰਦਵਾਲ ਦਾ ਹੋਵੇ, ਚਾਹੇ ਰਾਜਪੁਰੇ ਵਾਲੇ ਦਾ ਹੋਵੇ, ਚਾਹੇ ਤਲਵੰਡੀ ਸਾਬੋ ਦਾ ਹੋਵੇ, ਫਿਰ ਉਹਨਾਂ ਨੂੰ ਕਾਮਯਾਬ ਕਰਨ ਵਾਸਤੇ ਸਰਕਾਰੀ ਥਰਮਲ ਪਲਾਂਟ ਤਾਂ ਬੰਦ ਕਰਨੇ ਪੈਣੇ ਆ ਨਾ, ਕਿਉਂਕਿ ਕਮਿਸ਼ਨ ਤੇ ਉੱਥੋਂ ਹੀ ਆਉਣੀ ਹੈ। ਅੱਛਾ, ਮੇਰੇ ਖੋਸ ਸਵਾਲ ਹੈ ਕਿ ਇਹ ਥਰਮਲ ਦੇ ਵਿੱਚੋਂ ਬਿਜਲੀ ਪੈਦਾ ਹੁੰਦੀ ਸੀ, ਸਰਕਾਰੀ ਥਰਮਲ ਸੀ, ਹੁਣ ਤਾਂ ਪ੍ਰਾਈਵੇਟ ਥਰਮਲ ਜਿਹੜੇ ਨੇ ਪੰਜਾਬ ਦੇ ਵਿੱਚ ਲੱਗ ਗਏ ਨੇ। ਇਹ ਥਰਮਲ ਬੰਦ ਕਰ ਦਿੱਤਾ ਗਿਆ, ਕਿੰਨੇ ਵਿਅਕਤੀ ਸੀ ਜੋ ਕੰਮ ਕਰਦੇ ਸੀ ਤੇ ਕਿੰਨੇ ਬੇਰੁਜ਼ਗਾਰ ਹੋ ਗਏ ਨੇ? ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਇੱਥੇ ਯਾਨੀ ਕਿ ਐਗਜ਼ੈਕਟ ਫਿਗਰ ਤਾਂ ਮੈਂ ਨਹੀਂ ਦੱਸ ਸਕਦਾ, ਉਹ ਤਾਂ ਤੁਹਾਨੂੰ ਇਹਨਾਂ ਦੇ ਜਿਹੜੇ ਅਧਿਕਾਰੀ ਉਹ ਦੱਸ ਸਕਦੇ ਆ। ਪਰ ਮੋਟੇ ਤੌਰ ਤੇ ਇਹ ਹੈਗਾ ਵੀ ਇੱਥੇ 2.5-3 ਹਜ਼ਾਰ ਤਾਂ ਜਿਹੜਾ ਹੈਗਾ ਕੰਟਰੈਕਟ ਬੇਸਿਸ ਦੇ ਉੱਤੇ ਕੰਮ ਕਰਦਾ ਸੀ, ਔਰ ਤਕਰੀਬਨ 1000-1200 ਜਿਹੜਾ ਵਰਕਰ ਜਿਹੜਾ ਹੈਗਾ ਸੀ ਇੱਥੇ ਅੱਡ-ਅੱਡ ਮੁਲਾਜ਼ਮ ਤੇ ਅਧਿਕਾਰੀ ਕੰਮ ਕਰਦੇ ਸੀ। ਤੇ ਉਹ ਉਹਨਾਂ ਦੀਆਂ ਨੌਕਰੀਆਂ ਛਿੱਖੇ ਟੰਗਤੀਆਂ, ਜਿਹੜੇ ਮਤਲਬ ਜਿਹੜੇ ਹੈਗੇ ਸੀ, ਤੁਸੀਂ ਦੇਖੋ ਆਪਣਾ ਕੰਟਰੈਕਟ ਬੇਸਿਸ ਵਾਲੇ ਸੀ, ਉਹ ਤੇ ਵਿਚਾਰੇ ਘਰਾਂ ਦੇ ਵਿੱਚ ਬੈਠ ਹੀ ਗਏ। ਦੂਜਿਆਂ ਨੂੰ ਵੀ ਡਿਸਟਰਬ ਕਰਤਾ, ਕਿਸੇ ਨੂੰ ਯਾਨੀ ਕਿ ਲਹਿਰਾ ਮੁਹੱਬਤ ਟ੍ਰਾਂਸਫਰ ਕਰਤਾ, ਕਿਸੇ ਨੂੰ ਹੋਰ ਡਿਪਾਰਟਮੈਂਟ 'ਚ ਕਰਤਾ, ਕਿਸੇ ਨੂੰ ਰੋਪੜ ਭੇਜਤਾ। ਔਰ ਗੱਲ ਇੱਥੇ ਖਤਮ ਨਹੀਂ ਹੁੰਦੀ, ਬੰਦ ਲਹਿਰੇ ਮੁਹੱਬਤ ਵਾਲਾ ਵੀ ਕਰ ਦੇਣਾ ਇਹਨਾਂ ਨੇ, ਔਰ ਬੰਦ ਰੋਪੜ ਵਾਲਾ ਵੀ ਕਰਨਾ ਹੈ। ਅਲਟੀਮੇਟਲੀ ਭਾਵੇਂ ਅੱਜ ਮਨਪ੍ਰੀਤ ਬਾਦਲ ਨੇ ਜਦੋਂ ਇਹਨੂੰ ਬੰਦ ਕੀਤਾ ਸੀ, ਆਖਿਆ ਸੀ ਕਿ ਅਸੀਂ ਜੇ ਕਿਸੇ ਦੀ ਨੌਕਰੀ ਨਹੀਂ ਲੈਂਦੇ, ਨੌਕਰੀ ਤਾਂ ਉਹਨਾਂ ਦੀ ਜਾਣੀ ਹੈ, ਬੱਕਰੀ ਦੀ ਬੇਬੇ ਕਦੋਂ ਤੱਕ ਖੈਰ ਮਨਾਏਗੀ। ਘਰ ਨੌਕਰੀ ਮਿਲ ਗਈ ਫਿਰ, ਜੇ ਇਹ ਪਲਾਂਟ ਦੇ ਰਾਹੀਂ ਬੇਰੁਜ਼ਗਾਰੀ ਕਰਨੀ ਸੀ, ਘਰ ਨੌਕਰੀ ਨਾਰਾ ਹੈਗਾ ਸੀ, ਤੁਹਾਨੂੰ ਯਾਦ ਹੋਣਾ 17 ਦੇ ਵਿੱਚ, ਫਿਰ ਕੈਪਟਨ ਸਾਹਿਬ ਨੇ ਘਰ ਨੌਕਰੀ ਦਿੱਤੀ ਹੈ ਕਿ ਲਈ ਹੈ? ਘਰ ਜਿੱਥੋਂ ਤੱਕ ਨੌਕਰੀ ਦਾ ਨਾਰਾ ਦੇਣ ਵਾਲਾ ਖੁਦ ਤਾਂ ਬਹੁਤ ਕੁਝ ਲੈ ਗਿਆ। ਮੇਰੀ ਮੁਰਾਦ ਪ੍ਰਸ਼ਾਂਤ ਕਿਸ਼ੋਰ ਤੋਂ ਹੈ। ਇਹ ਨਾਰਾ ਉਸੇ ਨੇ ਦਿੱਤਾ ਸੀ, ਇਮੋਸ਼ਨਲ ਬਲੈਕਮੇਲਿੰਗ ਉਸੇ ਨੇ ਕਰਵਾਈ ਸੀ ਪੰਜਾਬ ਦੇ ਲੋਕਾਂ ਦੀ। ਲੇਕਿਨ ਪੰਜਾਬ ਦੇ ਲੋਕਾਂ ਨੂੰ ਕੀ ਮਿਲਿਆ, ਇਹ ਮੇਰੇ ਨਾਲੋਂ ਬਿਹਤਰ ਪੰਜਾਬ ਦੇ ਲੋਕ ਦੱਸ ਸਕਦੇ। ਔਰ ਇੱਕ ਚੀਜ਼ ਮੈਂ ਹੋਰ ਸਾਡੀ ਬਦਕਿਸਮਤ ਬਠਿੰਡੇ ਦੀ ਪਤਾ ਕੀ ਆ? ਬਠਿੰਡੇ ਦੀ ਨਹੀਂ, ਪੂਰੇ ਪੰਜਾਬ ਦੀ। ਕਹਿੰਦੇ ਵੀ ਜੋ ਚੀਜ਼ ਕੌੜੀ ਹੁੰਦੀ ਹੈ ਨਾ, ਉਹ ਨੁਕਸਾਨ ਨਹੀਂ ਪਹੁੰਚਾਉਂਦੀ, ਮਿੱਠਾ ਹੀ ਨੁਕਸਾਨ ਪਹੁੰਚਾਉਂਦਾ। ਕਦੇ ਦੇਖਿਆ ਵੀ ਕਰੇਲੇ ਨੇ ਸਾਨੂੰ ਸ਼ੂਗਰ ਕੀਤੀ ਹੋਵੇ? ਸਾਨੂੰ ਜਿਹੜੀ ਖੰਡ ਖਾਂਦੇ ਆ ਨਾ, ਮਿੱਠਾ ਖਾਂਦੇ ਆ, ਉਹੀ ਯਾਨੀ ਕਿ ਸ਼ੂਗਰ ਕਰਦੀ ਆ, ਡਾਇਬਟੀਜ਼ ਕਰਦੀ ਆ। ਇਹੀ ਹਾਲ ਸਾਡੇ ਬਠਿੰਡੇ ਦਾ। ਜਿਹੜਾ ਸਾਡਾ ਇੱਥੋਂ ਦਾ ਐਮਐਲਏ ਆ ਨਾ, ਔਰ ਪੰਜਾਬ ਦਾ ਵਿੱਤ ਮੰਤਰੀ ਆ, ਬਹੁਤ ਮਿੱਠਾ ਬੋਲਦਾ, ਬਹੁਤ ਵਧੀਆ ਉਰਦੂ 'ਚ ਭਾਸ਼ਣ ਦਿੰਦਾ, ਕੀਲ ਕੇ ਰੱਖ ਲੈਂਦਾ। ਔਰ ਅਸੀਂ ਤਾਂ ਉਹਦੇ ਚੱਕਰਾਂ 'ਚ ਹੀ ਫਸ ਗਏ। ਪਹਿਲਾਂ ਉਹਨਾਂ ਨੇ ਆਖਿਆ, ਜਦੋਂ ਕਹਿੰਦਾ ਮੈਂ ਗਿੱਦੜਬਾਹ ਆਉਣਾ ਨਾ ਬਠਿੰਡੇ ਦੇ ਵਿੱਚ, ਬਠਿੰਡੇ 'ਚ ਐਂਟਰ ਕਰਦੇ ਜਦੋਂ ਮੈਂ ਧੂੰਆਂ ਬੰਦ ਦੇਖਦਾ ਚਿਮਨੀਆਂ, ਮੇਰਾ ਧੂੰਆਂ ਜਿਹਾ ਨਿਕਲਦਾ, ਹਾ ਜਾ ਪੈਂਦਾ ਦਿਲ ਨੂੰ। ਤੇ ਅੱਜ ਤਾਂ ਉਹਨਾਂ ਨੇ ਥਰਮਲ ਦੇ ਧੂੰਆਂ ਕੱਢਤਾ। ਹੁਣ ਕਹਿੰਦੇ ਇੱਥੇ ਡਰੱਗ ਪਾਰਕ ਬਣਾਵਾਂਗੇ, ਠੀਕ ਹੈ ਨਾ, ਡਰੱਗ ਪਾਰਕ ਬਣਾਵਾਂਗੇ, ਉਹਦੀਆਂ ਬਠਿੰਡੇ ਨੂੰ ਰੁਜ਼ਗਾਰ ਬਹੁਤ ਮਿਲੂਗਾ, ਨੌਕਰੀਆਂ ਬਹੁਤ ਮਿਲਣਗੀਆਂ, ਕੰਮ ਬਹੁਤ ਚੱਲੂਗਾ। ਭਲੇ ਮਾਨਸੋ ਸਿੱਧਾ ਦੱਸੋ ਨਾ ਯਾਰ,
ਇਹਦੀਆਂ ਕਲੋਨੀਆਂ ਕੱਟਣੀਆਂ ਨੇ, ਡਰੱਗ ਜਿਹੜਾ ਹੈਗਾ ਮਾਫੀਆ ਨਾਲ ਗੱਲਾਂ ਕਰੀ ਬੈਠੇ ਆ, ਮਾਫੀਆ ਨੂੰ ਅਸੀਂ ਜਾਣੀ ਕਿ ਸੰਰਕਸ਼ਣ ਦਿੰਦੇ ਹੈਗੇ ਆ, ਕਲੋਨੀਆਂ ਕੱਟ ਕੇ ਵੇਚਾਂਗੇ, ਹੋਰ ਇੱਥੇ ਕੀ ਕਰਨਾ। ਅੱਛਾ, ਬਿਜਲੀ ਦੀ ਗੱਲ ਹੁੰਦੀ ਹੈ, ਲੋਕ ਬੜੇ ਇਸ ਚੀਜ਼ ਨੂੰ ਰੋਂਦੇ ਨੇ ਕਿ ਪੰਜਾਬ ਦੇ ਵਿੱਚ ਬਿਜਲੀ ਦੇ ਰੇਟ ਵੱਧ ਗਏ ਨੇ, ਵੀ ਸਾਨੂੰ ਰੇਟ ਘੱਟ ਕਰ ਕੀਤੇ ਜਾਣ। ਕਾਂਗਰਸ ਹੋਵੇ, ਸ਼੍ਰੋਮਣੀ ਅਕਾਲੀ ਦਲ ਹੋਵੇ, ਇੱਕ ਦੂਜੇ ਦੇ ਵਾਦ ਕਰਦੇ ਨੇ। ਉਹ ਕਹਿੰਦੇ ਵੀ ਪ੍ਰਾਈਵੇਟ ਹੱਥਾਂ ਵਿੱਚ ਇਹਨਾਂ ਨੂੰ ਸੌਂਪੀ ਹੈ, ਇਹੋ ਜਿਹੇ ਕੰਟਰੈਕਟ ਕੀਤੇ ਨੇ ਜਿਹੜੇ ਅਸੀਂ ਹੁਣ ਤੋੜ ਨਹੀਂ ਸਕਦੇ। ਕਿ ਇਹ ਥਰਮਲ ਬੰਦ ਨਾ ਹੁੰਦਾ ਤਾਂ ਲੱਗਦਾ ਕਿ ਕੁਝ ਹੱਦ ਤੱਕ ਬਿਜਲੀ ਸਸਤੀ ਹੁੰਦੀ ਪੰਜਾਬ 'ਚ। ਇਹ ਸਰਕਾਰੀ ਥਰਮਲ ਸੀ। ਕਿਸੇ ਟਾਈਮ ਇਹ ਵਕਤ ਹੁੰਦਾ ਸੀ ਜਿਹੜੀ ਪੰਜਾਬ ਦੇ ਸਰੋਤ ਨੇ ਬਿਜਲੀ ਦੇ 40% ਡਿਪੈਂਡੈਂਸੀ, ਅੱਜ ਤੋਂ 5-7 ਸਾਲ ਪਹਿਲਾਂ ਹੀ ਡਿਪੈਂਡੈਂਸੀ ਸਾਡੇ ਕੋਲੇ ਸਰਕਾਰੀ ਥਰਮਲ ਪਲਾਂਟਾਂ ਦੀ ਜਾਂ ਸਰਕਾਰੀ ਸਰੋਤਾਂ ਤੋਂ ਸੀ, ਤੇ ਅੱਜ ਉਹ ਸਿਰਫ 5% ਰਹਿ ਗਈ ਹੈ। 5 ਤੋਂ ਵੀ ਘਟ ਗਈ ਹੈ, ਬਲਕਿ ਲੇਟੈਸਟ ਡਾਟਾ ਤੇ 2% ਕਹਿੰਦਾ ਹੈ। ਹੁਣ ਪੂਰੀ ਤਰ੍ਹਾਂ ਅਸੀਂ ਪ੍ਰਾਈਵੇਟ ਸੈਕਟਰ ਦੇ ਹੱਥਾਂ ਦੇ ਵਿੱਚ ਹੈਗੇ ਆ। ਬਾਗੜ ਬਿੱਲਿਆਂ ਦੇ ਅੱਗੇ ਸਾਨੂੰ ਸੁੱਟਦਾ, ਉਹ ਸਾਨੂੰ ਛੱਡਣ ਤੇ ਸਾਨੂੰ ਖਾਣ। ਔਰ ਤੁਹਾਨੂੰ ਹੈਰਾਨਗੀ ਹੋਏਗੀ ਕਿ ਉਹੀ ਕੰਪਨੀਆਂ ਜਿਨ੍ਹਾਂ ਦੇ ਨਾਲ ਅਸੀਂ ਐਗਰੀਮੈਂਟ ਕੀਤੇ ਹੋਏ ਨੇ, ਜੇ ਅਸੀਂ ਫਿਕਸ ਚਾਰਜ ਦੀ ਗੱਲ ਕਰੀਏ, ਠੀਕ ਹੈ ਕਿ ਨਹੀਂ, ਉਸ ਰੇਟ ਤੇ ਤਾਂ ਸਾਡੇ ਗਵਾਂਢੀ ਸੂਬੇ ਬਿਜਲੀ ਦੇਈ ਜਾਂਦੇ ਆ, ਜਿਹੜੇ ਅਸੀਂ ਸਿਰਫ ਇਹਨਾਂ ਨੂੰ ਫਿਕਸ ਚਾਰਜ ਦੇਣੇ ਆ। ਤੁਹਾਨੂੰ ਹੈਰਾਨਗੀ ਹੋਏਗੀ ਜਿਹੜੇ ਐਗਰੀਮੈਂਟ ਸਾਈਨ ਹੋਏ ਆ, ਇਹੋ ਜਿਹੇ ਐਗਰੀਮੈਂਟ ਸਾਈਨ ਹੋਏ ਆ ਕਿ ਸਾਨੂੰ ਬਿਜਲੀ ਦੀ ਜ਼ਰੂਰਤ ਹੋਵੇ, ਬਿਜਲੀ ਦੀ ਜ਼ਰੂਰਤ ਨਾ ਹੋਵੇ, ਅਸੀਂ ਤੁਹਾਨੂੰ ਪੈਸੇ ਪੂਰੇ ਦੇਵਾਂਗੇ। ਤੁਹਾਨੂੰ ਇਹਨੂੰ ਆਪਦੇ ਥਰਮਲ ਪਲਾਂਟਾਂ ਦੀ ਰਿਪੇਅਰ ਕਰਾਉਣੀ ਹੋਵੇ, ਉਹ ਵੀ ਪੈਸੇ ਅਸੀਂ ਦੇਵਾਂਗੇ। ਕੋਈ ਇੰਸਟਰੂਮੈਂਟ ਲਗਾਉਣਾ ਹੋਵੇ, ਉਹ ਵੀ ਪੈਸੇ ਅਸੀਂ ਦੇਵਾਂਗੇ। ਤੇ ਉਹਦਾ ਨਤੀਜਾ ਭੁਗਤ ਰਹੇ ਨੇ ਪੰਜਾਬ ਦੇ ਲੋਕ। ਔਰ 250 ਕਰੋੜ ਰੁਪਈਆ ਹਰ ਸਾਲ ਬਿਜਲੀ ਖਰੀਦੋ, ਬਿਜਲੀ ਨਾ ਖਰੀਦੋ, ਥਰਮਲ ਪਲਾਂਟਾਂ ਨੂੰ ਫਿਕਸ ਚਾਰਜ ਦੇ ਰੂਪ 'ਚ ਦੇਣਾ ਪੈਂਦਾ ਆ। 25 ਸਾਲ ਦੇਣਾ ਆ, ਤੇ ਇਹ ਤਕਰੀਬਨ 78,000 ਕਰੋੜ ਰੁਪਈਆ ਪੰਜਾਬ ਦੇ ਲੋਕਾਂ ਦੇ ਉੱਤੇ ਚੂਨਾ ਲੱਗਿਆ ਹੋਇਆ। ਲੋਕ ਕਿਸ ਵੱਲ ਦੇਖਣ? ਲੋਕ ਕਹਿੰਦੇ ਨੇ ਬਿਜਲੀ ਦੇ ਰੇਟ ਘੱਟ ਹੋਣ, ਲੋਕ ਕਹਿੰਦੇ ਨੇ ਕਿ ਅਸੀਂ ਬਿਜਲੀ ਦੇ ਬਿੱਲ ਨਹੀਂ ਭਰ ਸਕਦੇ। ਦੂਸਰੇ ਪਾਸੇ ਤੁਸੀਂ ਇਹ ਗੱਲ ਰੱਖਦੇ ਹੋ ਕਿ ਜੋ ਫਿਕਸ ਚਾਰजेस ਨੇ ਉਹ ਤਾਂ ਦੇਣੇ ਹੀ ਪੈਣੇ ਨੇ। ਫਿਰ ਲੋਕ ਕਿੱਧਰ ਜਾਣਗੇ? ਲੋਕਾਂ ਦੇ ਬਿਜਲੀ ਦੇ ਰੇਟ ਘੱਟ ਹੋਣਗੇ ਕਿ ਲੋਕੀ ਐਵੇਂ ਹੀ ਬਿੱਲਾਂ ਦੇ ਲਾਈਨ ਵਿੱਚ ਲੱਗੇ ਦੇਣਗੇ, ਬਿਜਲੀ ਕਰਦੇ ਬਿੱਲ ਤਾਰਦੇ ਰਹਿਣਗੇ? ਨਹੀਂ, ਇਹ 'ਚ ਕਸੂਰ ਲੋਕਾਂ ਦਾ ਆ। ਮੈਂ ਤਾਂ ਬੜਾ ਮੁੱਖਰ ਹੋ ਕੇ ਕਹਿਣਾ, ਇਹ 'ਚ ਕਸੂਰ ਇਹਨਾਂ ਲੀਡਰਾਂ ਦਾ ਨਹੀਂ ਹੈ। ਇਹ ਤਾਂ ਹਮੇਸ਼ਾ ਮੂਰਖ ਬਣਾਉਂਦੀ ਆਏ ਆ, ਮੂਰਖ ਲੋਕ ਬਣਦੇ ਆ। 4.5 ਸਾਲ ਤੇ 11 ਮਹੀਨੇ, 4 ਸਾਲ ਤੇ 11 ਮਹੀਨੇ ਅਸੀਂ ਇਹਨਾਂ ਨੂੰ ਗਾਲਾਂ ਕੱਢਦੇ ਆ, ਬੁਰਾ ਭਲਾ ਕਹਿੰਦੇ ਆ, ਤੇ ਜਦੋਂ ਵੋਟਾਂ ਦਾ ਵਕਤ ਆਉਂਦਾ, ਵੋਟ ਫੇਰ ਇਹਨਾਂ ਨੂੰ ਪਾ ਦਿੰਦੇ ਆ। ਉਦੋਂ ਕਹਿ ਦਿੰਦੇ ਵੀ ਸਾਡਾ ਤਾਂ ਚਾਚਾ ਵੀ ਕਾਂਗਰਸ ਸੀ, ਸਾਡਾ ਤਾਇਆ ਵੀ ਅਕਾਲੀ ਦਲ ਸੀ, ਸਾਡਾ ਪੜਦਾਦਾ ਅਕਾਲੀ ਦਲ ਸੀ, ਸਾਡਾ ਦਾਦਾ ਅਕਾਲੀ ਦਲ ਸੀ, ਉਹ ਫਲਾਣਾ ਕਾਂਗਰਸ ਸੀ। ਉਦੋਂ ਅਸੀਂ ਭੁੱਲ ਜਾਂਦੇ ਆ। ਫਿਰ ਗਾਲਾਂ ਨਾ ਕੱਢੋ ਯਾਰ, ਫਿਰ ਔਖੇ ਨਾ ਹੋਵੋ, ਠੀਕ ਹੈ ਕਿ ਨਹੀਂ? ਜੋ ਨਾ ਅੱਕ ਬੀਜ ਕੇ, ਕਿੱਕਰਾਂ ਬੀਜ ਕੇ ਅੰਬ ਕਿੱਥੋਂ ਭਾਲਦੇ ਹੋ? ਜਿਹੋ ਜਿਹੇ ਲੀਡਰ ਸੁਣਾਂਗੇ ਉਹੋ ਜਿਹਾ ਸਾਨੂੰ ਰਿਜ਼ਲਟ ਮਿਲੂਗਾ। ਕਿੰਨੇ ਪੈਸਾ ਲੱਗੇ ਇਸ ਉੱਪਰ? ਉਹਦੇ ਜਿਹੜਾ ਪੈਸਾ ਲੱਗਿਆ ਸੀ ਉਹ ਟੈਕਸ ਦਾ ਪੈਸਾ ਸੀ, ਲੋਕਾਂ ਦਾ ਪੈਸਾ ਸੀ ਜੋ ਹੁਣ ਬਰਬਾਦ ਹੋਊਗਾ। ਇਹਦੀ ਜ਼ਿੰਮੇਵਾਰੀ ਕੌਣ ਚੱਕੂਗਾ? ਹੋਊਗਾ ਨਹੀਂ ਜੀ, ਹੋ ਚੁੱਕਿਆ ਵਾ। ਇਹ ਤਾਂ ਢਾਤਾ, ਇਹ ਤਾਂ ਤੁਹਾਨੂੰ ਕੱਲੀ ਉਦਾਂ ਹੀ ਦਿਖਾਈ ਦੇ ਰਿਹਾ। ਕੱਲੀ ਇਹ ਬਿਲਡਿੰਗ ਜਿਹੜੀ ਹੈ ਨਾ, ਮਤਲਬ ਖੋਖਲੀ ਹੈ, ਸਾਰਾ ਕੁਝ ਹੈ। ਸਕ੍ਰੈਪ ਸਕਰੂਪ ਕੱਟਿਆ ਜਾ ਚੁੱਕਿਆ ਜਾਂ ਕੱਟੀ ਜਾ ਰਹੇ ਹੈਗੇ ਆ, ਉਹਦਾ ਵੀ ਸਾਰਾ ਕੁਝ ਠੇਕਾ ਹੋ ਚੁੱਕਿਆ। 715 ਕਰੋੜ ਰੁਪਈਆ ਲੱਗਿਆ ਸੀ। ਅਸੀਂ ਤੇ ਇਹੀ ਤਾਂ ਕਹਿੰਦੇ ਹੈਗੇ ਆ ਕਿ ਜੇਕਰ ਤੁਸੀਂ ਇਹਨੂੰ ਚਲਾਉਣਾ ਨਹੀਂ ਸੀ, ਘੱਟੋ ਘੱਟ ਯਾਰ 715 ਕਰੋੜ ਰੁਪਏ ਦੇ ਇੱਥੇ ਕੋਈ ਪੂਰੇ ਪੰਜਾਬ 'ਚ 5-7 ਕੋਈ 10 ਹਸਪਤਾਲ ਹੀ ਬਣਾ ਦਿੰਦੇ ਯਾਰ। ਕਾਹਨੂੰ ਉਹ ਪੈਸਾ ਵੇਸਟ ਕੀਤਾ? ਅੱਜ ਸ਼ਾਇਦ ਕਰੋਨਾ 'ਚੋਂ ਕੰਮ ਆ ਜਾਂਦੇ, ਠੀਕ ਹੈ ਨਾ। ਲੇਕਿਨ ਇਹਨਾਂ ਸਰਕਾਰਾਂ ਨੇ ਜਦੋਂ ਮਾਫੀਆ ਨੂੰ ਜਾਣੀ ਕਿ ਹੱਲਾਸ਼ੇਰੀ ਦੇਣੀ ਹੋਵੇ, ਉਹਦੀ ਸਰਪ੍ਰਸਤੀ ਕਰਨੀ ਹੋਵੇ, ਹਰ ਚੀਜ਼ ਦੇ ਵਿੱਚ ਮਾਫੀਆ ਹੈ। ਤੁਸੀਂ ਅੱਜ ਥਰਮਲ ਦੀ ਗੱਲ ਕਰ ਰਹੇ ਹੋ, ਬਠਿੰਡੇ 'ਚ ਫਿਰ ਜਾਇਓ, ਤੁਸੀਂ ਸ਼ਹਿਰ ਦੇ ਅੰਦਰ ਵੀ ਜਾਇਓ। ਇੱਥੇ ਇੱਕ ਬਹੁਤ ਵੱਡਾ ਹਸਪਤਾਲ ਹੈਗਾ, ਠੀਕ ਹੈ ਨਾ, ਮੈਕਸ ਹਸਪੀਟਲ ਹੈ। ਉਹ ਵੀ ਪੰਜਾਬ ਸਰਕਾਰ ਦੀ ਜ਼ਮੀਨ ਦੇ ਉੱਤੇ ਬਣਿਆ ਹੋਇਆ, ਔਰ ਐਗਰੀਮੈਂਟ ਜਿਹੜਾ ਹੈਗਾ ਸਾਈਨ ਹੋਇਆ ਸਰਕਾਰ ਦੇ ਨਾਲ। ਉਹ ਕਿੰਨਾ ਕੁ ਗਰੀਬਾਂ ਨੂੰ ਰਿਲੀਫ ਦਿੰਦਾ ਹੈਗਾ? ਸਰਕਾਰ ਤਾਂ ਜ਼ਮੀਨ ਦੀ ਹੈ ਨਾ, ਕੌਡੀਆਂ ਦੇ ਭਾਅ ਦਿੱਤੀ ਹੋਈ ਹੈ, ਇਹਨਾਂ ਨੇ ਐਗਰੀਮੈਂਟ ਸਾਈਨ ਕੀਤੇ ਹੋਣਗੇ। ਜੋ ਨਹੀਂ ਦੇ ਰਿਹਾ ਕਿਸੇ ਨੂੰ ਬੈਨੀਫਿਟ, ਤਾਂ ਐਗਰੀਮੈਂਟ ਦੀ ਵਜ੍ਹਾ ਨਾਲ ਨਹੀਂ ਦੇ ਰਿਹਾ ਹੋਊਗਾ। ਇੱਕ ਤਾਂ ਉਹ ਐਗਰੀਮੈਂਟ ਜਨਤਕ ਕੀਤੇ ਜਾਣ, ਅਸੀਂ ਤੁਹਾਡੇ ਇਸ ਚੈਨਲ ਦੇ ਮਾਰਫਤ ਇਹ ਮੰਗ ਕਰਦੇ ਹੈਗੇ ਆ। ਇਸੇ ਤਰ੍ਹਾਂ ਮੋਹਾਲੀ ਦੇ ਵਿੱਚ ਹੈਗਾ, ਉਹ ਵੀ ਇੱਕ 5 ਸਟਾਰ ਹੋਟਲ ਦੀ ਤਰ੍ਹਾਂ ਯਾਨੀ ਕਿ ਹਸਪੀਟਲ ਹੈਗੇ ਆ। ਮੋਹਾਲੀ 'ਚ ਤਾਂ ਬਲਕਿ 2-3 ਹੈਗੇ ਆ। ਉਹਨਾਂ ਨੂੰ ਕੌਡੀਆਂ ਦੇ ਭਾਅ ਜ਼ਮੀਨਾਂ ਦਿੱਤੀਆਂ ਹੋਈਆਂ ਪੰਜਾਬ ਸਰਕਾਰ ਨੇ। ਉਹ ਜਦੋਂ ਤੁਸੀਂ ਇਹਨਾਂ ਨੂੰ, ਜਿਨ੍ਹਾਂ ਨੇ ਬਿਜ਼ਨਸ ਚਲਾਉਣਾ ਉੱਥੇ ਆ ਕੇ ਕੌਡੀਆਂ ਦੇ ਭਾਅ ਤੁਸੀਂ ਜ਼ਮੀਨ ਦੇ ਰਹੇ ਹੋ, ਤੇ ਉਹ ਫਿਰ ਗਰੀਬਾਂ ਨੂੰ ਬੈਨੀਫਿਟ ਕਿਉਂ ਨਹੀਂ ਦਿੰਦੇ? ਮੈਂ ਇੱਥੋਂ ਦੀ ਇੱਕ ਗੱਲ ਭੁੱਲ ਗਿਆ ਸੀ, ਜਿਹੜਾ ਡਰੱਗ ਪਾਰਕ ਦੀ ਮੈਂ ਗੱਲ ਕਰ ਰਿਹਾ। ਕਹਿੰਦੇ ਜੀ ਮਨਪ੍ਰੀਤ ਬਾਦਲ ਸਾਹਿਬ ਕਹਿੰਦੇ ਆ ਕਿ ਇੱਥੇ ਡਰੱਗ ਪਾਰਕ ਬਣੂਗਾ, ਜਿਨ੍ਹਾਂ ਨੇ ਇੱਥੇ ਫੈਕਟਰੀ ਲਾਉਣੀ ਹੈ ਨਾ, ਤੇ ਉਹਨਾਂ ਨੂੰ ਨਾ ਅਸੀਂ 1 ਰੁਪਈਆ ਏਕੜ ਦੇ ਹਿਸਾਬ ਨਾਲ ਲੀਜ਼ ਤੇ ਜ਼ਮੀਨ ਦੇਵਾਂਗੇ। ਉਹ ਭਾਈ ਇੱਥੇ ਕਾਰ ਸੇਵਾ ਕਰਨ ਆਉਣਾ ਉਹਨਾਂ ਨੇ ਇੱਥੇ ਵਪਾਰ ਕਰਨ ਆਉਣਾ। ਇਹ 2000 ਕਿੱਲੇ ਜ਼ਮੀਨ ਆ, ਯਾਨੀ ਕਿ ਤੁਸੀਂ 2000 ਰੁਪਏ 'ਚ ਦੇ ਦੋਗੇ? ਉਹ ਭਾਈ ਸਾਹਿਬ, ਜੇ ਇਹ 1 ਕਰੋੜ ਦਾ ਵੀ 1 ਕਿੱਲਾ ਹੋਵੇ, 2000 ਕਰੋੜ ਰੁਪਈਆ ਬਣਦਾ। ਇਹ ਪ੍ਰਾਈਮ ਜਗ੍ਹਾ ਹੈ ਸ਼ਹਿਰ ਦੀ, ਠੀਕ ਹੈ ਕਿ ਨਹੀਂ? ਤਾਂ ਇਹਦਾ ਮਤਲਬ ਚੂਨਾ ਲੱਗ ਗਿਆ ਨਾ 2000 ਕਰੋੜ ਦਾ। ਪਤਾ ਨਹੀਂ ਕਦੋਂ ਲੋਕੀ ਸਮਝਣਗੇ, ਕਦੋਂ ਸਮਝ ਆਊਗੀ। ਚੂਨਾ ਦਾ ਲੱਗ ਗਿਆ, ਪਰ ਜਿਸ ਤਰੀਕੇ ਨਾਲ ਲਗਾਤਾਰ ਹੀ ਹੁਣ ਦਿਨ ਲੰਘਦੇ ਜਾ ਰਹੇ ਨੇ, ਲੋਕੀ ਬੇਰੁਜ਼ਗਾਰ ਹੋ ਰਹੇ ਨੇ,
ਤਨਖਾਹਾਂ ਵਧੀਆਂ ਨਹੀਂ ਪਈਆਂ, ਕੋਵਿਡ ਦਾ ਸਮਾਂ ਹੈ, ਦੁਕਾਨਾਂ ਬੰਦ ਪਈਆਂ ਨੇ, ਤਾਂ ਦੂਸਰੇ ਪਾਸੇ ਤੁਹਾਨੂੰ ਲੱਗਦਾ ਜੇ ਕਲੋਨੀ ਵੀ ਕੱਟੀ ਜਾਂਦੀ ਹੈ, ਕਲੋਨੀ ਕੱਟੀ ਜਾਂਦੀ ਹੈ, ਉਸ ਨਾਲ ਲੋਕਾਂ ਦਾ ਕੀ ਭਲਾ ਹੋਊਗਾ? ਲੋਕਾਂ ਕੋਲ ਤਾਂ ਖੋਲੀਆਂ ਨੌਕਰੀਆਂ, ਫਿਰ ਲੋਕਾਂ ਦਾ ਕੀ ਭਲਾ ਇਹਦੇ ਵਿੱਚ ਜੇ ਬੰਨੂ ਬੰਦ ਕਰਕੇ? ਨਹੀਂ, ਲੋਕਾਂ ਦਾ ਤਾਂ ਕੋਈ ਭਲਾ ਨਹੀਂ। ਕਿੰਨੇ ਕਿਹਾ ਤੁਹਾਨੂੰ ਲੋਕਾਂ ਦਾ ਭਲਾ ਹੋਊਗਾ? ਇਹ ਤਾਂ ਤੁਹਾਡਾ ਸਵਾਲ ਹੀ ਗਲਤ ਹੈਗਾ। ਲੋਕਾਂ ਦਾ ਚ ਕੋਈ ਭਲਾ ਨਹੀਂ ਹੋਊਗਾ। ਭਲਾ ਤਾਂ ਇਹਨਾਂ ਲੀਡਰਾਂ ਦਾ ਹੋਣਾ, ਜਿਹੜੇ ਯਾਨੀ ਕਿ ਵੱਡੀਆਂ ਵੱਡੀਆਂ ਪੋਸਟਾਂ ਤੇ ਬੈਠੇ ਆ ਉਹਨਾਂ ਦਾ ਹੋਣਾ। ਲੋਕਾਂ ਦਾ ਭਲਾ ਕਰਨ ਵਾਸਤੇ ਤਾਂ ਲੋਕਾਂ ਦੀ ਸਰਕਾਰ ਚਾਹੀਦੀ ਹੈ। ਉਹ ਸਰਕਾਰ ਚਾਹੀਦੀ ਹੈ ਜਿਹੜੇ ਲੋਕਾਂ ਦੇ ਬੁਨਿਆਦੀ ਮੁੱਦਿਆਂ ਦੇ ਉੱਤੇ ਧਿਆਨ ਦਿੰਦੀ ਹੋਵੇ, ਜਿਹੜੇ ਲੋਕਾਂ ਦੀ ਸਿੱਖਿਆ ਦੇ ਉੱਤੇ ਧਿਆਨ ਦਿੰਦੀ ਹੋਵੇ, ਜਿਹੜੀ ਲੋਕਾਂ ਦੀ ਸਿਹਤ ਸਹੂਲਤਾਂ ਉੱਤੇ ਧਿਆਨ ਦਿੰਦੀ ਹੋਵੇ, ਲੋਕਾਂ ਦੇ ਜਿਹੜੇ ਆਮ ਜਿਹੜੀ ਜ਼ਿੰਦਗੀ ਦੇ ਨਾਲ ਵਰਤਾਰਾ ਹੁੰਦਾ ਉਹਦੇ ਉੱਤੇ ਧਿਆਨ ਦਿੰਦੀ ਹੋਵੇ। ਠੀਕ ਹੈ ਨਾ? ਇੱਥੇ ਤਾਂ ਲੁੱਟ ਮੱਚੀ ਹੋਈ ਆ, ਕਾਲਾ ਬਾਜ਼ਾਰੀ ਮੱਚੀ ਹੋਈ ਹੈ। ਇੱਥੋਂ ਤੁਸੀਂ ਕੀ ਉਮੀਦ ਕਰੋਗੇ? ਮਨਪ੍ਰੀਤ ਬਾਦਲ ਨੇ ਗੱਲ ਕਹਿ ਕੇ ਤਾਂ ਹੁਣ ਉਹਨਾਂ ਦੀ ਸਰਕਾਰ ਤਾਂ ਬਣ ਗਈ ਹੈ, ਹੁਣ ਕੀ ਵਾਅਦਾ ਕਰਨਗੇ? ਬਠਿੰਡੇ 'ਚ ਕੁਛ ਬਚਿਆ ਕਿ ਜਿਸ ਉੱਪਰ ਵਾਅਦਾ ਕਰ ਲੈਣਗੇ? ਨਹੀਂ, ਹੁਣ ਤਾਂ ਖੈਰ ਵਾਅਦਾ ਕਰਨ ਜੋਗੇ ਰਹੇ ਵੀ ਨਹੀਂ ਹੈਗੇ, ਨਾ ਹੀ ਰਹੇ ਨਾ ਵਾਅਦੇ ਤਾਂ ਹੋਣਗੇ, ਮੈਨੀਫੈਸਟੋ ਹੀ ਬਣੂਗਾ। ਲੋਕਾਂ ਨੂੰ ਹੁਣ ਸਮਝ ਆ ਗਈ ਹੈ। ਠੀਕ ਹੈ ਨਾ? ਬਹੁਤ ਭੁਗਤ ਲਿਆ, 73 ਸਾਲ ਹੋ ਗਏ ਆ, ਸਮਝ ਆ ਜਾਂਦੀ ਹੈ ਟਾਈਮ ਨਾਲ। ਹੁਣ ਲੋਕਾਂ ਨੂੰ ਵੀ ਸਮਝ ਆ ਗਈ ਹੈ। ਹੁਣ ਉਹ ਵਾਅਦੇ ਵੂਦੇ ਚੱਲਣੇ ਨਹੀਂ ਹੈਗੇ। ਹਾਲਾਂਕਿ ਪ੍ਰਸ਼ਾਂਤ ਕਿਸ਼ੋਰ ਨੇ ਇਹਨਾਂ ਨੇ ਦੁਬਾਰੇ ਲਿਆਂਦਾ ਹੈਗਾ, ਉਹਦੇ 'ਚ ਵੀ ਤੁਸੀਂ ਦੇਖੋ ਸੁਪਰੀਮ ਕੋਰਟ ਨੇ ਇਹਨਾਂ ਨੂੰ ਇੱਕ ਨੋਟਿਸ ਕੱਢਿਆ ਹੈਗਾ ਕਿ ਜਿਹੜੀਆਂ ਇਲੈਕਸ਼ਨ ਦੀ ਸਟ੍ਰੈਟਜੀ ਬਣਾਉਂਦੀਆਂ ਇਹੋ ਜਿਹੇ ਬੰਦਿਆਂ ਨੂੰ, ਜਿਹੜੇ ਹੈਗਾ ਪਾਰਟੀਆਂ ਤਾਂ ਰੱਖਦੀਆਂ ਹੁੰਦੀਆਂ, ਹੁਣ ਤੇ ਸਰਕਾਰ ਟੈਕਸ ਪੇਅਰ ਦੇ ਪੈਸੇ ਤੇ ਉਹਨੂੰ ਕੈਬਨਿਟ ਦਾ ਰੈਂਕ ਦੇ ਕੇ ਰੱਖਿਆ ਹੋਇਆ। ਉਹ ਖੈਰ ਵੱਖਰਾ ਇਸ਼ੂ ਹੈ। ਹੁਣ ਤਾਂ ਮੈਨੂੰ ਨਹੀਂ ਲੱਗਦਾ ਕਿ ਚਾਹੇ ਪ੍ਰਸ਼ਾਂਤ ਕਿਸ਼ੋਰ ਨੂੰ ਲੈ ਆਓ ਜਾਂ ਕਿਸੇ ਹੋਰ ਨੂੰ ਲੈ ਆਓ, ਕੋਈ ਇਦਾਂ ਦਾ ਕੋਈ ਚੱਲੂਗਾ, ਮੈਨੂੰ ਲੱਗਦਾ ਨਹੀਂ। ਅੱਛਾ, ਮੈਂ ਇੱਕ ਆਖਰੀ ਸਵਾਲ ਹੈ ਕਿ ਲੋਕੀ ਸਵਾਲ ਕਰਨਗੇ 2017 ਦੇ ਵਿੱਚ ਜਿਸ ਤਰੀਕੇ ਨਾਲ ਮਨਪ੍ਰੀਤ ਬਾਦਲ ਨੇ ਇਹ ਗੱਲਾਂ ਰੱਖੀਆਂ ਸੀ, ਲੋਕੀ ਸਵਾਲ ਕਰਨਗੇ ਵੀ ਇਹਦਾ ਧੂਆਂ ਤਾਂ ਤੁਸੀਂ ਕੱਢ ਨਹੀਂ ਸਕੇ, ਥਰਮਲ ਦਾ ਧੂਆਂ ਤੁਸੀਂ ਕੱਢ ਦਿੱਤਾ। ਲੋਕਾਂ ਨੂੰ ਸਵਾਲ ਕਰਨਾ ਚਾਹੀਦਾ। ਲੋਕਾਂ ਨੂੰ ਸਵਾਲ ਕਰਨਾ ਚਾਹੀਦਾ ਵੀ ਹੈ ਔਰ ਲੋਕ ਸਵਾਲ ਕਰਦੇ ਵੀ ਹੈ। ਜੇਕਰ ਤੁਸੀਂ ਅੱਜ ਤੋਂ 10 ਸਾਲ ਪਿੱਛੇ ਚਲੇ ਜਾਓ, ਉਦੋਂ ਸ਼ਾਇਦ ਮਤਲਬ ਲੀਡਰ ਦੇ ਸਾਹਮਣੇ ਖੜਾ ਹੋਣਾ ਵੀ ਲੋਕ ਜਿਹੜਾ ਹੈਗਾ ਆਪਣੇ ਆਪ ਨੂੰ ਬੜਾ ਕਮਜ਼ੋਰ ਸਮਝਦੇ ਸੀ। ਠੀਕ ਹੈ ਨਾ? ਅੱਜ ਉਹ ਨਹੀਂ ਹੈ। ਅੱਜ ਤੇ ਲੋਕ ਖੜਾ ਸਵਾਲ ਪੁੱਛਦੇ ਆ ਔਰ ਜਿਉਂ ਦਿਨ ਹਰ ਦਿਨ ਬੀਤਦੇ ਦੇ ਨਾਲ ਹੀ ਯਾਨੀ ਕਿ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਜਿਹੜਾ ਲੀਡਰ ਨਹੀਂ ਖਰਾ ਹੁੰਦਾ, ਉਹ ਕਿਸੇ ਵੀ ਪਾਰਟੀ ਦਾ ਹੋਵੇ, ਉਹ ਠੀਕ ਹੈ ਕਿ ਨਹੀਂ, ਉਹਨੂੰ ਲੋਕ ਤੇ ਖੜਾ ਪੁੱਛਦੇ ਆ ਔਰ ਮਨਪ੍ਰੀਤ ਬਾਦਲ ਸਾਹਿਬ ਨੂੰ ਵੀ ਬਿਲਕੁਲ ਪੁੱਛਣਗੇ ਔਰ ਉਹਨਾਂ ਨੂੰ ਇਹਦਾ ਜਵਾਬ ਵੀ ਦੇਣਾ ਪਏਗਾ। ਜਵਾਬ ਉਹਦੇ ਕੋਲ ਹੈ ਨਹੀਂ ਤੇ ਨਤੀਜਾ ਤੁਹਾਨੂੰ ਪਤਾ ਹੀ ਹੈ ਫਿਰ 2022 ਦੇ ਵਿੱਚ ਕੀ ਹੋਏਗਾ ਬਠਿੰਡੇ 'ਚ। ਤੇ ਸਾਰੀ ਗੱਲਬਾਤ ਸੁਣੀਏ, ਥਰਮਲ ਹੈ ਬਠਿੰਡੇ ਦਾ, ਜਿਸ ਤਰੀਕੇ ਨਾਲ ਵਾਅਦੇ ਕੀਤੇ ਜਾਂਦੇ ਨੇ। 2017 ਦੇ ਵਿੱਚ ਵੀ ਮਨਪ੍ਰੀਤ ਬਾਦਲ ਨੇ ਵਾਅਦਾ ਕੀਤਾ ਸੀ, ਸਰਕਾਰ ਬਣ ਗਈ ਸੀ, ਚਿਮਨੀਆਂ ਵਿੱਚ ਧੂਆ ਤਾਂ ਨਿਕਲਿਆ ਨਹੀਂ, ਪਰ ਇਹ ਥਰਮਲ ਜ਼ਰੂਰ ਹੁਣ ਟੁੱਟੇਗਾ ਕਿਉਂਕਿ 2 ਸਾਲ ਤੋਂ ਪਿਛਲੇ ਕੰਮ ਨਹੀਂ ਹੋ ਰਿਹਾ, ਬੰਦ ਪਿਆ ਥਰਮਲ। ਇਹ ਤਾਂ ਵਾਅਦੇ ਲਾਦੇ ਇਹ ਸਭ ਚੱਲਦਾ, ਸਿਆਸੀ ਲੋਕਾਂ ਵੇਲੇ ਇਹ ਚੱਲਦਾ ਹੈ। ਕਹਿੰਦੇ ਚੱਲਣ ਤੋਂ ਜਿਹੜੇ ਪਾਸੇ ਜਾਂਦੀ ਵੀ ਹੈ, ਬਸ ਵੋਟਾਂ ਨਹੀਂ ਚਾਹੀਦੀਆਂ ਨੇ। ਲੋਕਾਂ ਨੂੰ ਜੋ ਮਰਜ਼ੀ ਕਹਿ ਦਿਓ, ਬੇਵਕੂਫ ਬਣਾਈਓ ਬੈਠ ਕੇ, ਪਰ ਵੋਟਾਂ ਨਹੀਂ ਚਾਹੀਦੀਆਂ ਨੇ। ਜਦੋਂ ਵੀ ਹੁਣ ਤੁਹਾਡੇ ਕੋਲ ਕੋਈ ਵੀ ਲੀਡਰ ਆਵੇ ਕਿਸੇ ਵੀ ਸਿਆਸੀ ਪਾਰਟੀ ਦਾ, ਇਹਦਾ ਹਿਸਾਬ ਜ਼ਰੂਰ ਮੰਗ ਲਿਆ ਜੇ, ਇਹ ਜ਼ਰੂਰ ਪੁੱਛ ਲਿਆ ਜੇ ਵੀ ਕਿਉਂ ਬੰਦ ਕੀਤਾ। ਹਜ਼ਾਰਾਂ ਦੇ ਵਿੱਚ ਹੀ ਨੌਜਵਾਨ ਬੇਰੁਜ਼ਗਾਰ ਹੋ ਗਏ ਸੀ, ਇਹ ਸਵਾਲ ਕਰ ਲਿਆ ਜੇ ਸਵਾਲ ਨਾ ਕੀਤਾ ਫਿਰ ਇੱਕ ਨਵੇਂ ਵਾਅਦੇ ਵਾਸਤੇ ਤੁਸੀਂ ਤਿਆਰ ਰਿਹਾ ਜੇ ਵੀ ਅਗਲਾ ਨਵਾਂ ਵਾਅਦਾ ਇੱਕ ਆਊਗਾ, ਫਿਰ ਕੀ ਹੋਊਗਾ ਅੱਗੇ ਜਾ ਕੇ ਤੁਸੀਂ ਖੁਦ ਜਾਣਦੇ ਹੋ। ਜਿਵੇਂ ਹੁਣ ਗੱਲ ਕੀਤੀ ਹੈ ਕਿ 4 ਸਾਲ ਤੇ 11 ਮਹੀਨੇ ਆਪਾਂ ਗਾਲਾਂ ਕੱਢਦੇ ਹਾਂ, ਆਪਾਂ ਬੋਲਦੇ ਹਾਂ ਸਿਆਸੀ ਪਾਰਟੀਆਂ ਨੂੰ ਵੀ ਸਾਡੇ ਕੰਮ ਨਹੀਂ ਕੀਤੇ। 1 ਮਹੀਨੇ ਦੇ ਨੇੜੇ ਆਉਂਦੇ ਕਹਿਣ ਲੱਗ ਪੈਂਦੇ ਨੇ ਆਮ ਲੋਕ ਕਿ ਚਾਚੇ ਜਾਂ ਤਾਏ ਦੇ ਕਹਿਣ ਦੇ ਉੱਤੇ ਵੋਟ ਪਾ ਦਿਓ। ਵੋਟ ਕਰਨਾ ਤੁਹਾਡਾ ਅਧਿਕਾਰ ਹੈ, ਜਿਸ ਨੂੰ ਮਰਜ਼ੀ ਕਰੋ, ਤੁਸੀਂ ਖੁਦ ਸੋਚਣਾ, ਪਰ ਵੋਟ ਕਰਨਾ ਕਿਸ ਨੂੰ ਹੈ ਉਸ ਬਾਰੇ ਵੀ ਜ਼ਰੂਰ ਜਾਣ ਲਿਆ ਜੇ। ਵਾਅਦਾ ਜ਼ਰੂਰ ਯਾਦ ਰੱਖਿਆ ਜੇ ਥਰਮਲ ਦਾ, ਉਹ ਸਵਾਲ ਵੀ ਜ਼ਰੂਰ ਕਰਿਆ ਜੇ, ਨਹੀਂ ਤਾਂ ਆਉਣ ਵਾਲਾ ਤੁਹਾਡੇ ਭਵਿੱਖ ਦਾ ਸਵਾਲ ਹੈ। ਜੇ ਸਵਾਲ ਨਹੀਂ ਕਰੋਗੇ ਤਾਂ ਇੱਕ ਵਾਅਦੇ ਲਈ ਹੋ ਤਿਆਰ ਰਿਹਾ ਜੇ।